अजीत सिंह ते स्वर्ण सिंह ਜਿਹੜੇ ਸਨ ਇਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ, ਜਿਹੜਾ ਕਿ 1906 ਦੇ ਵਿੱਚ ਜਿਹੜਾ ਬਿੱਲ ਪਾਸ ਕੀਤਾ ਸੀ ਕਿਸਾਨਾਂ ਦੇ ਖਿਲਾਫ, ਜਿੱਥੋਂ ਇੰਸਪਾਇਰੇਸ਼ਨ ਲੈ ਕੇ ਕਿਸਾਨਾਂ ਨੇ ਮੋਰਚਾ ਲਾਇਆ, ਜਿਹੜਾ ਮੋਰਚਾ ਜਿੱਤਿਆ। ਔਰ ਸਵਰਨ ਸਿੰਘ ਨੂੰ ਕੋਲੂ ਦੇ ਅੱਗੇ ਮੇਰੇ ਨਾਮ ਬੀੜਿਆ ਗਿਆ, ਸ਼ਹੀਦ ਆਜ਼ਮ ਭਗਤ ਸਿੰਘ ਦੇ ਚਾਚੇ ਨੂੰ, ਉਹਦੀ ਉੱਥੇ ਮੌਤ ਹੋ गई। ये आज़ादी का जो सांस ले रहे हैं, तो मैं कहता हूँ, समझता हूँ कि सबसे बड़ा कंट्रीब्यूशन जिन्होंने अपनी जवानी जो उस समय पे, जबकि उनके जवानी के दिन थे, एक अच्छे माहौल में वो जी सकते थे, लेकिन उन्होंने तमाम ऐशो अशरत को एक बाला तार रख के इस मुल्क के लिए, यहाँ के देशवासियों के लिए अपना जीवन जो है वो शहादत दी। आज आप देख लो अलायंस की कितनी बुरी हालत है कि एक दूसरे के खिलाफ काम कर रहे हैं और सभी सामंतवादी जो थॉट्स हैं उनको हराने पर लगे हुए हैं, खुद अलग अलग। अंग्रेज़ों ने 3 कानून लाए थे, मोदी सरकार भी 3 कानून लाई। अंग्रेज़ों ने 3 कानून क्या लाए? जिसका बड़ा बेटा अगर किसी हादसे में, किसी बीमारी में ख़त्म हो जाता है तो उसकी ज़मीन सारी की सारी सरकारी हो जाएगी। ਅਸੀਂ ਇਹ ਚਾਹੁੰਦੇ ਹਾਂ ਕਿ ਭਗਤ ਸਿੰਘ ਨੂੰ ਸਹੀ ਸ਼ਰਧਾਂਜਲੀ ਤਾਂ ਹੀ ਦੇ ਸਕਦੇ ਹਾਂ ਅਸੀਂ ਕਿ ਨਵੀਂ ਜਨਰੇਸ਼ਨ ਹੈ ਜਿਹੜੀ ਨੂੰ ਅਵੇਅਰ ਕੀਤਾ ਜਾਏ। ਉਹਦੇ ਵਾਸਤੇ ਆਪਣੀ ਆਪਣੀ ਜਗ੍ਹਾ ਜਿਹੜੀ ਪਾਰਟੀ ਜਿਹੜੇ ਗਰੁੱਪ 'ਚ ਅਸੀਂ ਲੋਕ ਹੀ ਆ, ਅਸੀਂ ਇਮਾਨਦਾਰੀ ਨਾਲ ਥੋੜ੍ਹਾ ਜਿਹਾ ਕੰਮ ਕਰੀਏ ਤੇ ਇਸ ਸਿਸਟਮ ਦੇ ਖਿਲਾਫ ਟੱਕਰ ਲੈਣੀ ਬੜੀ ਜ਼ਰੂਰੀ ਹੈ। ਉਹਦੇ ਬਗੈਰ ਚਾਰਾ ਨਹੀਂ ਚੱਲਣਾ, ਇਹ ਗੱਲ ਮੈਂ ਤੁਹਾਨੂੰ ਅੱਜ ਕਹਿ ਦਿਆਂ। ਸੁਣਾਈਆਂ ਗਈਆਂ ਮਿੱਤਰ ਦੋਸਤੋ, ਲੀਡਰ ਤੇ ਆਮ ਲੋਕ ਸਭ ਉਤਸੁਕ ਸਨ ਕਿ ਭਗਤ ਸਿੰਘ ਨੂੰ ਫਾਂਸੀ ਦੇ ਫੰਦੇ ਤੋਂ ਬਚਾਇਆ ਜਾਏ, ਪਰ ਭਗਤ ਸਿੰਘ ਤਾਂ ਮੌਤ ਤੋਂ ਬੇਖੌਫ ਸੀ, ਤਾਂ ਉਸਨੇ ਸ਼ਹੀਦ ਹੋ ਕੇ ਇੱਕ ਨਵਾਂ ਰਾਹ ਪਾਉਣਾ ਹੀ ਸਹੀ ਸਮਝਿਆ। ਅੰਤ ਭਗਤ ਸਿੰਘ ਅਤੇ ਸਾਥੀਆਂ ਨੂੰ ਫਾਂਸੀ ਦੇ ਇੱਕ ਦਿਨ ਪਹਿਲਾਂ ਹੀ 23 ਮਾਰਚ 1931 ਨੂੰ ਫਾਂਸੀ ਦੇ ਦਿੱਤੀ ਗਈ। ਭਗਤ ਸਿੰਘ ਦੀ ਸ਼ਹੀਦੀ ਨੇ ਭਾਰਤ ਦੀ ਆਜ਼ਾਦੀ ਜਿੰਨੀ ਨੇੜੇ ਲਿਆਂਦੀ, ਉਤਨੀ ਹੋਰ ਕਿਸੇ ਦੀ ਕਾਲ ਕਮਾਈ ਨਹੀਂ ਲਿਆਂਦੀ। लिख रहा हूँ मैं अंजाम जिसका कल आगाज़ आएगा, मेरे लहू का हर एक कतरा इनकलाब लाएगा। मैं रहूँ या ना रहूँ, पर ये वादा है तुमसे मेरा कि मेरे बाद वतन पे मरने वालों का सैलाब आएगा। आज उन्हां दी विचारधारा नूं समझण दी ਅਤੇ ਉਸੇ ਲਾਮਬੰਦ ਹੋਣ ਦੀ ਜ਼ਰੂਰਤ ਹੈ। ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਫਾਂਸੀ ਤੋਂ 3 ਦਿਨ ਪਹਿਲਾਂ 20 ਮਾਰਚ 1931 ਨੂੰ ਗਵਰਨਰ ਨੂੰ ਲਿਖੇ ਗਏ ਇੱਕ ਪੱਤਰ ਵਿੱਚ ਕਿਹਾ ਸੀ, ਇਹ ਲੜਾਈ ਉਦੋਂ ਤੱਕ ਚੱਲਦੀ ਰਹੇਗੀ ਜਦੋਂ ਤੱਕ ਕਿ ਸ਼ਕਤੀਸ਼ਾਲੀ ਵਿਅਕਤੀਆਂ ਨੇ ਜਨਤਾ ਅਤੇ ਮਜ਼ਦੂਰਾਂ ਦੀ ਆਮਦਨ 'ਤੇ ਆਪਣਾ ਅਧਿਕਾਰ ਕਰ ਰੱਖਿਆ ਹੈ, ਚਾਹੇ ਉਹ ਵਿਅਕਤੀ ਅੰਗਰੇਜ਼ ਪੂੰਜੀਪਤੀ ਅਤੇ ਅੰਗਰੇਜ਼ ਜਾਂ ਭਾਰਤੀ ਹੀ ਕਿਉਂ ਨਾ ਹੋਣ। ਉਹਨਾਂ ਨੇ ਆਪਸ ਵਿੱਚ ਮਿਲ ਕੇ ਇਹ ਲੁੱਟ ਜਾਰੀ ਕਰ ਰੱਖੀ ਹੈ, ਚਾਹੇ ਸ਼ੁੱਧ ਭਾਰਤੀਆਂ ਪੂੰਜੀਪਤੀਆਂ ਦੇ ਰਾਹੀਂ ਨਿਰਧਨਾਂ ਦਾ ਖੂਨ ਚੂਸਿਆ ਜਾ ਰਿਹਾ ਹੋਵੇ, ਤਾਂ ਵੀ ਜਨਤਾ ਦੀ ਹਾਲਤ ਵੀ ਕੋਈ ਫਰਕ ਨਹੀਂ ਪੈਂਦਾ। ਅੱਜ ਵੀ ਕਿਸਾਨ, ਮਜ਼ਦੂਰ, ਔਰਤਾਂ, ਦਲਿਤ, ਵਿਦਿਆਰਥੀ, ਕਰਮਚਾਰੀ, ਦੁਕਾਨਦਾਰ, ਰੇਹੜੀ ਵਾਲੇ, ਫੜੀ ਵਾਲਿਆਂ ਦਾ ਸ਼ੋਸ਼ਣ ਹੋ ਰਿਹਾ, ਐਕਸਪਲੋਇਟੇਸ਼ਨ ਹੋ ਰਹੀ ਹੈ। ਮਿਹਨਤ ਕਰਨ ਵਾਲੇ ਹਰ ਵਰਗ ਨੂੰ ਮਹਿੰਗਾਈ ਦਾ ਪਹਾੜ ਆਪਣੀ ਪਿੱਠ 'ਤੇ ਅਤੇ ਆਪਣੇ ਗਰੀਬ ਦੇ ਚੁੱਕਣਾ ਪੈ ਰਿਹਾ। ਸ਼ਹੀਦਾਂ ਨੇ ਜੋ ਸੁਪਨਾ ਸੀ ਸਜਾਇਆ, ਇਨਕਲਾਬ ਦਾ ਨਾਅਰਾ ਲਗਾਇਆ, ਨਵਾਂ ਜਨ ਸੈਲਾਬ ਸੀ ਆਇਆ, ਹੁਕਮਰਾਨਾਂ ਦਾ ਫਿਰ ਦਿਲ ਘਬਰਾਇਆ, ਜੇਲ੍ਹ ਕੋੜੇ ਫਾਂਸੀ ਲਗਾ ਕੇ ਕ੍ਰਾਂਤੀਕਾਰੀਆਂ ਨੂੰ ਸ਼ਹੀਦ ਬਣਾਇਆ। ਇਹ ਸੀ ਸ਼ਹੀਦ ਆਜ਼ਮ ਭਗਤ ਸਿੰਘ ਦੀ ਸੋਚ। ਸ਼ਹੀਦ ਆਜ਼ਮ ਭਗਤ ਸਿੰਘ ਦੇ ਪਰਿਵਾਰ ਦੇ ਬਾਰੇ ਮੈਂ ਥੋੜ੍ਹਾ ਜਿਹਾ ਦੱਸਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਸ਼ਹੀਦ ਆਜ਼ਮ ਖਾਨ ਭਗਤ ਸਿੰਘ ਦੇ ਪਰਿਵਾਰ ਦਾ ਮੋਢੀ ਸੀ ਸਰਦਾਰ ਫਤਿਹ ਸਿੰਘ। ਫਤਿਹ ਸਿੰਘ ਐਂਗਲੋ ਅੰਗਰੇਜ਼ਾਂ ਨਾਲ ਜਿਹੜੀ ਲੜਾਈ ਹੋਈ, ਉਸ ਲੜਾਈ ਦੇ ਵਿੱਚ ਜਿਹੜੀ ਗੱਦਾਰੀ ਕੀਤੀ ਗਈ, ਕੁਝ ਲੋਕਾਂ ਨੇ ਜਿਨ੍ਹਾਂ ਦਾ ਅੱਜ ਸਵੇਰੇ ਨਾਂ ਨਹੀਂ ਲਿਆ ਜਾਂਦਾ, ਔਰ ਮੈਂ ਉਹਨਾਂ ਦਾ ਨਾਂ ਅੱਜ ਨਹੀਂ ਦੱਸਾਂਗਾ, ਬਾਅਦ ਦੱਸਾਂਗਾ ਕਿਉਂਕਿ ਇਲੈਕਸ਼ਨ ਚੱਲ ਰਹੀ ਹੈ। ਅੱਛਾ, ਉਸ ਤੋਂ ਬਾਅਦ ਉਹਨਾਂ ਦਾ ਨਾਂ ਨਹੀਂ ਲੈਂਦੇ, ਅਖਨੂਰ ਦਾ ਨਾਂ ਨਹੀਂ ਲੈਂਦੇ, ਸਾਂਬੇ ਦਾ ਨਾਂ ਨਹੀਂ ਲੈਂਦੇ, ਔਰ ਜੰਮੂ ਦਾ ਨਾਂ ਨਹੀਂ ਲੈਂਦੇ। ਇਹਨੂੰ ਕਹਿੰਦੇ ਨੇ ਪੱਥਰਾਂ ਵਾਲਾ ਸ਼ਹਿਰ, ਉਹਨੂੰ ਕਹਿੰਦੇ ਨੇ
ਦਰਿਆ ਵਾਲਾ ਸ਼ਹਿਰ ਉਹਨੂੰ ਕਹਿੰਦੇ ਲਈ ਸੀਟਾਂ ਵਾਲਾ ਸ਼ਹਿਰ, ਕਿਉਂਕਿ ਸਵੇਰੇ ਸਵੇਰੇ ਨਾਂ ਲੈ ਲਓ ਤੇ ਉਹਨਾਂ ਦਾ ਕਹਿੰਦੇ ਨੇ ਪੁਰਾਣੇ ਜੰਮੂ ਦੇ ਲੋਕ ਕਿ ਸਾਡਾ ਦਿਨ ਚੰਗਾ ਨਹੀਂ ਨਿਕਲਦਾ, ਕਿਉਂਕਿ ਇਹਨਾਂ ਨੇ ਖਾਲਸਾ ਸਰਕਾਰ ਦੇ ਨਾਲ ਗਦਾਰੀ ਕੀਤੀ ਸੀ। ਅੱਜ ਉਹ ਗਦਾਰੀ ਕਿਤੇ ਨਾਲ ਕਰ ਰਹੇ ਨੇ ਆਪਣੇ ਆਪ ਨਾਲ, ਅੱਜ ਗਦਾਰੀ ਕਰ ਰਹੇ ਨੇ ਆਪਣੇ ਆਪ ਨਾਲ। ਔਰ ਜਿਹੜੇ ਲੋਕ ਜੇ ਭਾਰਤ ਦੀ ਸਰਕਾਰ ਦੇ ਉੱਪਰ ਬੈਠੇ ਦੇ ਨੇ, ਇਹ ਕਿਸੇ ਟਾਈਮ ਤੇ ਅੰਗਰੇਜ਼ਾਂ ਦੇ ਦਲਾਲ ਸਨ, ਅੱਜ ਅੰਬਾਨੀ ਦੇ ਅੰਡਾਨੀ ਦੇ ਦਲਾਲ। ਬਾਕੀ ਮੈਂ ਇੱਕ ਸਰਦਾਰ ਫਤਿਹ ਸਿੰਘ, ਜਿਹੜਾ ਫਤਿਹ ਸਿੰਘ ਇਹਨਾਂ ਦਾ ਮੋਢੀ ਸੀ ਸ਼ਹੀਦ ਆਜ਼ਮ ਭਗਤ ਸਿੰਘ ਦੇ ਖਾਨਦਾਨ ਦਾ, ਉਹਨੇ ਉਸ ਵਕਤ ਖਾਲਸਾ ਸਰਕਾਰ ਦੀ ਮਦਦ ਕੀਤੀ ਸੀ। ਔਰ ਅੰਗਰੇਜ਼ਾਂ ਨੇ ਜਿਸ ਵਕਤ ਭਾਰਤ ਪੰਜਾਬ ਦੇ ਉੱਪਰ ਕਬਜ਼ਾ ਕਰ ਲਿਆ ਗਿਆ, ਇਹ ਸਟੇਟ ਜਿਹੜੀ ਸੀ ਜੰਮੂ ਕਸ਼ਮੀਰ ਦੀ ਗਦਾਰੀ ਦੇ ਬਦਲੇ ਇਹਨਾਂ ਨੂੰ ਮਿਲੀ। ਅੱਛਾ, ਉਸ ਤੋਂ ਬਾਅਦ ਜਿਹੜੀ ਸੀ ਉਹਨੂੰ ਕਿਹਾ ਗਿਆ ਕਿ ਤੇਰੀ ਜ਼ਮੀਨ, ਜਦੋਂ 1857 ਦਾ ਗਦਰ ਹੋਇਆ, ਉਹਨਾਂ ਨੇ ਕਿਹਾ ਗੁੱਦੂ ਸਾਡੀ ਮਦਦ ਕਰ, ਤੇਰਾ ਅਸੀਂ ਜਿਹੜੀ ਜ਼ਮੀਨ ਅਸੀਂ ਜ਼ਬਤ ਕੀਤੀ ਤੈਨੂੰ ਵਾਪਸ ਦੇ ਦਿਆਂਗੇ। ਕਹਿਣ ਲੱਗੇ ਜੀ ਕਿਸ ਤਰ੍ਹਾਂ, ਦਫਾ ਵੀ ਲੱਗੀ ਸੀ 144 ਦੀ। ਮੈਂ ਕਿਹਾ ਐਸਾ ਕਰਾਂਗੇ, ਇੱਕ ਬੰਦਾ ਇੱਥੇ ਖੜਾ ਹੋਏਗਾ, ਇੱਕ ਬੰਦਾ ਇੱਥੇ ਖੜਾ ਹੋਏਗਾ, ਇੱਕ ਬੰਦਾ ਉਹਦੇ ਅੱਗੇ ਖੜਾ ਹੋਏਗਾ। ਅਸੀਂ ਬਿਆਨ ਲੈ ਕੇ ਨਿਕਲੇ, ਸਾਡੇ ਪਿੱਛੇ 300 ਆਦਮੀ ਦਾ ਜੁਲੂਸ ਬਣ ਗਿਆ, 10 ਆਦਮੀ ਨਿਕਲੇ ਸਨ। ਇਸ ਕਰਕੇ ਮੇਰੇ ਸਾਥੀਓ ਕਿ ਗੱਲ ਇਹ ਆ ਕਿ ਅਸੀਂ ਜਿਹੜਾ ਜੋ ਕੁਝ ਇਸ ਵੇਲੇ ਭਾਰਤ ਦੇ ਉੱਪਰ ਜਿਹੜੇ ਅੱਜ ਅੰਬਾਨੀ ਦੇ ਅੰਡਾਨੀ ਦੇ ਦਲਾਲ ਨੇ, ਅੱਜ ਉਹ ਕੰਮ ਕੀ ਕਰ ਰਹੇ ਨੇ, ਅੱਜ ਇਹ ਕੰਮ ਕਰੇ ਲੋਕਾਂ ਨੂੰ ਵੰਡ ਲੈਣ। ਕਿਤੇ ਇਹ ਨਾ ਹੋਏ ਅੱਜ ਲੋਕਾਂ ਦੀ, ਜੰਮੂ ਦੇ ਲੋਕਾਂ ਨੂੰ, ਆਵਾਮ ਨੂੰ ਜਗਾਓ ਕਿ ਤੁਹਾਨੂੰ ਲੁੱਟਿਆ ਜਾ ਰਿਹਾ ਜੇ ਤੁਹਾਡੇ ਕੋਲ ਕੁਝ ਨਹੀਂ ਜੇ ਰਹਿਣਾ। ਬਾਕੀ ਇਹਨਾਂ ਵੀ ਮੈਂ ਕਹਿ ਕੇ ਸਾਰਿਆਂ ਨੂੰ ਸਲੂਟ ਕਰਨਾ, ਲਾਲ ਸਲਾਮ करना। बाकी यहाँ पे आए हुए मौजूद साहिबान, आज हम उस महान व्यक्ति का जन्मदिन मना रहे हैं, शहीद आज़म भगत सिंह जी, जिन्होंने इस देश के लिए, और मैं समझता हूँ कि जो कुर्बानी उन्होंने दी, या उनके साथी सुखदेव जी और राजगुरु जी ने हंसते हंसते वो फांसी के फंदों को चूमते हुए फांसी पे चढ़ गए, अपने इस देश की खातिर कुछ सपने लिए हुए। और मैं समझता हूँ कि भाई जो ख्वाब उन्होंने इस देश के लिए संजोए थे, या जो चिंगारी आज़ादी की उन्होंने उस वक्त अपनी शहादत दे के पूरे देश को झंझोड़ के रख दिया था। मैं समझता हूँ कि आज हम अगर ये सुख का सांस ले रहे हैं, ये आज़ादी का जो सांस ले रहे हैं, तो मैं कहता हूँ, समझता हूँ कि सबसे बड़ा कंट्रीब्यूशन जिन्होंने अपनी जवानी जो उस समय पे, जबकि उनके जवानी के दिन थे, एक अच्छे माहौल में वो जी सकते थे, लेकिन उन्होंने तमाम ऐशो अशरत को एक बालातर रख के इस मुल्क के लिए, यहाँ के देशवासियों के लिए अपना जीवन जो है वो शहादत दी। उन्होंने अपनी कुर्बानी दी थी, शायद वो हम लक्ष्य आज भी पा नहीं पा रहे हैं। तो लिहाजा मैं इन्हीं शब्दों के साथ भगवान से प्रार्थना करूंगा और उनको एक श्रद्धांजलि अर्पित करूंगा कि आज जिन उद्देश्यों के लिए, जिन ख्वाबों के लिए उन्होंने ये कुर्बानी दी थी कि देश में यूनिटी हो, देश में आपसी भाईचारा हो। सबसे पहले बात ये हुई कि इस देश के 2 टुकड़े 3 टुकड़े हो गए, पहले 2 टुकड़े हुए, आज वही 3 टुकड़े हैं। लेकिन वो तो चाहते थे कि भाई यहाँ पे एक अच्छा हिंदुस्तान बने, ये भारत हमारा एक अच्छा भारत बने करें। मैं इन्हीं शब्दों के साथ मैं कामरेड साहब का भी और यहाँ जितने भी आए हुए हमारे साथी हैं उनका शुक्रिया अदा करता हूँ कि मुझे उन्होंने चंद मिनट्स दिए ताकि मैं अपनी श्रद्धांजलि उस महापुरुषों के लिए अदा कर सकूँ और उनको श्रद्धांजलि अर्पित कर सकूँ। थैंक यू। ਭਗਤ ਸਿੰਘ ਜੀ ਦਾ ਮੈਂ ਸਮਝਦਾ ਅੱਜ ਦੇ ਦੌਰ 'ਚ ਜਿਹੜਾ ਇਸਲੇ ਦੌਰ ਚੱਲਦਾ ਪਿਆ, ਇਹਦੇ ਵਿੱਚ ਭਗਤ ਸਿੰਘ ਦੀ ਜਿਹੜੀ ਸੋਚ ਹੈ ਉਹਨੂੰ ਉਜਾਗਰ ਕਰਨਾ ਬੜਾ ਜ਼ਰੂਰੀ ਹੈ।
क्योंकि इस मुल्क के अंदर दो ताकतां ने, एक जिहड़ी लोकां नूं लड़ा रहीआं ने, एक वो ताकत है जिहड़ी लोकां नूं एकजुट रखना चाहदियां ने। कामरेड सुखदेव ने भगत सिंह बारे काफ़ी तफसील नाल सारी गल दसी है, मैं रिपीट नहीं करनी। मैं अज दे मौजूदा हालात के उपर 2 मिनट तुहाडे लैणे ने। इस इलैक्शन च जिहड़ी इत्थे इलैक्शन चलदी पई है, इहदे विच जिहड़ा नंगा नाच होया, जिहड़ा लोकां नूं बंदे नाल वंडण दा जिहड़ा प्रोग्राम चलाया गया, ये बड़ा दुखदाई है। और मैं समझना कि जिहड़ा आने वाला समा है, उस समय का बड़ी सख्ती नाल, बड़ी युरत नाल मुकाबला करने की जरूरत है। वो असीं तां ही कर सकते हैं कि ये जिहड़े देश भगतां ने जिहड़ी गल सानूं समझाई है, जिहड़ा इन्हां ने अपना योगदान दिता है, उहदे नक्शे कदमां ते असीं चलीए। मैं ज़्यादा गल्लां नहीं करनियां, होर भी साथी बोलणगे। मैं सिर्फ ये गल कहना चाहना कि सांझा भाईचारा समय की जरूरत है, उन्होंने मजबूती नाल रखने की लोड़ है। बड़ियां ताकतां तोड़ फोड़ कर रही हैं, उन्होंने को बचना है। मैं 2 नारे लाँगा, सांझा भाईचारा जिंदाबाद, इनकलाब जिंदाबाद, दुनिया भारत के मेहनत कशो एक हो जाओ। लाल सलाम कामरेड साथी। रेड सबको जय हिंद। और आज का ये दिन सिर्फ जम्मू कश्मीर के कुछ लोगों के लिए नहीं, हर उस आदमी के लिए यादगार होना चाहिए जिसको लैंड टू टिलर के तहत ज़मीनें मिली। हर उस आदमी को यादगार होना चाहिए। और आज मेरे को बड़ा दुख होता है, मैं बड़ा छोटा हूँ, मैं अपने घर में तीसरी जनरेशन हूँ कॉमरेडों की। मेरे दादाजी थे, वो लेबर यूनियन के MES के प्रेसिडेंट थे। मेरे फादर, उनको लोग मास्को के नाम से जानते थे। दादाजी का नाम था सरदार गुरमुख सिंह, वो लेबर यूनियन MES के नॉर्थ जोन के प्रेसिडेंट थे। मेरे फादर साहब नरेंद्र सिंह मास्को, उनको सारी दुनिया मास्को के नाम से जानती थी। मैं परमवीर सिंह तीसरी जनरेशन हूँ। और बड़ा अफसोस होता है कि आज हम शहीद आज़म भगत सिंह का दिन बना रहे हैं, और हमारे और वो लोग जिनको लैंड टू टिलर के तहत शेख अब्दुल्ला साहब की सरकार में धनवंतरी जी की एडवाइजरी से ज़मीनें मिली, आज वो उस सोच के पीछे भाग रहे हैं जो लोग वो लैंड टू टिलर ख़त्म करना चाहते हैं। यहाँ तक कि पिछले साल सितंबर 2023 में एक ऑर्डर निकाला गया कि लैंड टू टिलर का जो 3A एक्ट है वो नल एंड वाइड हो गया। कुछ लोगों की ज़मीनों के फ़र्द कटने बंद हो गए और लोग आज उनकी ताल पे नाच रहे हैं। अब हम भगत सिंह जी का दिन बना रहे हैं। मैं कुछ रोशनी डालूंगा इस सब में। अगर करतार सिंह सराभा ना होते, अगर किशन सिंह और उनके भाई रोलेट एक्ट के खिलाफ ना खड़े होते 1906-1907 में, आज हमने किसान आंदोलन देखा। किसान दिल्ली की सरहदों पर बैठे थे। इससे पहले 1906-1907 में भी किसान दिल्ली की सरहदों पर जाके बैठे थे। अंग्रेज़ों ने 3 कानून लाए थे, मोदी सरकार भी 3 कानून लाई। अंग्रेज़ों ने 3 कानून क्या लाए? जिसका बड़ा बेटा अगर किसी हादसे में, किसी बीमारी में ख़त्म हो जाता है तो उसकी ज़मीन सारी की सारी सरकारी हो जाएगी, और बड़े बड़े टुकड़े बनाए जाएंगे ज़मींदारी के, लोगों से ज़मीन छीनी जाएगी, उस पर कंपनी की खेतीबाड़ी होगी। कंपनी को ज़मीन पट्टे पे दे दो, कंपनी काम करेगी। मोदी जी उसके 100 साल के बाद, 110 साल के बाद सेम वही के वही कानून लाए, सिर्फ उसका नाम अलग था। अगर करतार सिंह सराभा की शहादत ना होती, अगर जलियांवाला बाग का कांड ना हुआ होता, जिसमें हिंदू भी मरा, मुस्लिम भी मरा, सिख भी मरा और ईसाई भी मरा, सिर्फ सिख नहीं मरा, सिर्फ हिंदू नहीं मरा, सिर्फ मुसलमान नहीं मरा, तीनों चारों मरे। अगर वो ना हुआ होता तो आज हम भगत सिंह को याद भी ना कर रहे होते। और मेरी दिली ख्वाहिश है कि भगत सिंह की कोई भी यादगार बनाए, सुखदेव की कोई भी यादगार बनाए, शहीदों की कोई भी यादगार बनाए, उसमें 10, 15, 20 लोग ना हो, 10, 15 हज़ार लोग हों। ये यादगारें सिर्फ बंद कमरों में छोटी मीटिंगों के तक नहीं रहनी चाहिए, आगे जानी चाहिए। क्यों ये यादगारें नहीं बनी? इसलिए आज वो सोच हिंदुस्तान पे हावी होगी जो दोबारा गुलामी लाना चाहती है, जो चाहती है एक छोटे सा सेक्ट
पूरे बाकी सब पे राज करे, बाकी सभी गुलाम हैं, उनको कोई राइट नहीं है। वो सोच जिसने हिंदुस्तान पाकिस्तान की नींव डाली वो आज हिंदुस्तान के तख्त पे बैठी है। जिसने कहा हिंदू मुसलमान के साथ नहीं रह सकता, हमें अलग देश चाहिए। टू नेशन थ्योरी सावरकर ने दी, जिन्ना ने नहीं दी, जिन्ना ने उसको कैश किया। ये बात जन जन तक पहुंचनी चाहिए, हमारे बच्चों तक पहुंचनी चाहिए। हम लोगों ने नहीं पहुंचाई, इसलिए आज ये लोग दिल्ली के तख्त पे बैठे हैं और 3 कृषि काले कानून लाने में कामयाब रहे, क्योंकि हम लोगों ने अपने बच्चों को नहीं पढ़ाई। आज हम उस शेख अब्दुल्ला को गालियाँ दे रहे हैं, ये गालियाँ देते हैं, ये लोग तालियाँ बजाते हैं, क्योंकि उसने गलती कर दी ज़मीन दे के। महान लोग तो ये थे जो गुलाम बनाना चाहते हैं। मैं भगत सिंह जी को याद करते हुए आज यही बात कहूँगा, जिसके पास मकान नहीं, जिसके पास ज़मीन नहीं, वो भगत सिंह का फॉलोअर भी नहीं। इसी के साथ मेरी तरफ से सबको लाल सलाम, इनकलाब इनकलाब, जय हिंद, जय भारत, जय जम्मू कश्मीर। ਅੱਜ ਹੀ ਸ਼ਹੀਦ ਆਜ਼ਮ ਭਗਤ ਸਿੰਘ ਦੀ ਸੋਚ ਦੇ ਉੱਪਰ ਚੱਲਣ ਦੀ ਜ਼ਰੂਰਤ ਹੈ। ਜਿੰਨੀ ਦੇਰ ਤੱਕ ਅਸੀਂ ਸੈਕੂਲਰ ਫੋਰਸਿਸ ਜਿਹੜੀਆਂ ਅਲੱਗ-ਅਲੱਗ ਤੌਰ 'ਤੇ ਕੰਮ ਕਰ ਰਹੀਆਂ ਨੇ, ਇੱਕ ਪਲੇਟਫਾਰਮ ਦੇ ਉੱਪਰ ਆ ਕੇ ਅਸੀਂ ਇਕੱਠੇ ਮਿਲ ਕੇ ਇਸ ਸੈਕੂਲਰਿਜ਼ਮ ਸ਼ਹੀਦ ਆਜ਼ਮ ਭਗਤ ਸਿੰਘ ਦੀ ਸੋਚ ਦੇ ਉੱਪਰ ਚੱਲਾਂਗੇ। ਇਹ ਉਹਨਾਂ ਦੀ ਸੋਚ ਦਾ ਭਾਰਤ ਬਣਾ ਕੇ ਜਿਹਦੇ 'ਚ ਕੋਈ ਲੁੱਟਣ ਵਾਲਾ ਨਾ ਹੋਵੇ ਤੇ ਕੋਈ ਲਟਵਾਉਣ ਵਾਲਾ ਨਾ ਹੋਵੇ, ਕੋਈ ਅਮੀਰ ਨਾ ਹੋਵੇ ਤੇ ਕੋਈ ਗਰੀਬ ਦਾ ਨਾ ਹੋਵੇ। ਅੱਜ ਇਹਨਾਂ ਨੇ ਕੀ ਕੀਤਾ ਹੈ, ਗਰੀਬ ਨੂੰ ਮੰਗਤਾ ਬਣਾ ਦਿੱਤਾ ਤੇ ਮਿਡਲ ਕਲਾਸ ਨੂੰ ਗਰੀਬ ਕਰ ਛੱਡਿਆ ਤੇ ਅਮੀਰ ਨੂੰ ਜਿਹੜਾ ਇਹ ਅਮੀਰ ਕਰ ਛੱਡਿਆ। ਇੱਕ ਲੜਾਈ ਜਿਹੜੀ ਹੈ ਇੱਕ ਲੁੱਟਣ ਵਾਲੇ ਤੇ ਇੱਕ ਲੁੱਟਵਾਉਣ ਵਾਲੇ ਦੀ ਹੈ। ਇੱਕ ਇਹ ਜਿਹੜਾ ਲੁੱਟਣ ਵਾਲਾ ਉਹਨਾਂ ਦੇ ਪਿੱਛੇ ਜਿਹੜੀਆਂ ਇੰਪੀਰੀਅਲ ਤਾਕਤਾਂ ਨੇ, ਉਹ ਇੰਪੀਰੀਅਲ ਤਾਕਤਾਂ ਨੇ ਤੁਹਾਡੇ ਸਾਹਮਣੇ, ਤੁਹਾਨੂੰ ਪਤਾ ਹੀ ਹੈ ਕਿ ਇੰਪੀਰੀਅਲ ਤਾਕਤਾਂ ਕਿਹੜੀਆਂ ਨੇ, ਇਹ ਕਿਹਨਾਂ ਨੂੰ ਫਾਇਦਾ ਦੇ ਰਹੀਆਂ ਨੇ, ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਇਹ ਕਿਸੇ ਵਕਤ ਅੰਗਰੇਜ਼ਾਂ ਦੇ ਦਲਾਲ ਹੋਇਆ ਕਰਦੇ ਸੀ। ਇਹ ਜਿਹੜਾ ਵੀਰ ਸਾਵਰਕਰ ਸੀ, ਜਿਨ੍ਹਾਂ ਨੂੰ ਆਜ਼ਾਦੀ ਘੁਲਾਟੀਆ ਕਹਿੰਦੇ ਨੇ, ਉਹਨੇ 6 ਵਾਰੀ ਮਾਫੀ ਮੰਗੀ ਸੀ ਔਰ 60 ਰੁਪਏ ਮਹੀਨਾ ਮਿਲਦਾ ਸੀ, ਜਿਹੜਾ ਅੱਜ 6 ਲੱਖ ਦੇ ਬਰਾਬਰ। ਔਰ ਇਹਨਾਂ ਨੇ ਭਾਰਤ ਦੀ ਡਿਵੀਜ਼ਨ ਕਰਾਉਣ ਦੇ ਵਿੱਚ ਵੀ ਇਹਨਾਂ ਦਾ ਮੁੱਖ ਰੋਲ ਰਿਹਾ। ਮੈਂ ਹੁਣ ਇਹ ਕਹਾਂਗਾ ਸਭ ਸਾਥੀਆਂ ਨੂੰ ਕਿ ਅਸੀਂ ਸਾਰੇ ਇਕੱਠੇ ਮਿਲ ਕੇ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ, ਅਸ਼ਫਾਕ ਉਲ੍ਹਾ ਖਾਨ, ਰਾਮ ਪ੍ਰਸਾਦ ਬਿਸਮਿਲ, ਕਰਤਾਰ ਸਿੰਘ ਸਰਾਭਾ, ਬਾਬਾ ਸੋਹਣ ਸਿੰਘ ਪਕਣਾ ਤੇ ਗਦਰੀ ਬਾਬਿਆਂ ਦੀ ਸੋਚ ਉੱਪਰ ਚੱਲ ਕੇ ਸ਼ਹੀਦ ਆਜ਼ਮ ਦੀ ਭਗਤ ਸਿੰਘ ਦੀ ਸੋਚ ਦਾ ਭਾਰਤ ਬਣਾਈ। ਮੈਂ ਸਾਰਿਆਂ ਨੂੰ ਲਾਲ ਸਲਾਮ ਕਰਨਾ। ਇਨਕਲਾਬ ਜ਼ਿੰਦਾਬਾਦ। ਦੁਨੀਆ ਭਰ ਦੇ ਮਿਹਨਤਕਸ਼ ਇੱਕ ਹੋ ਜਾਓ। ਅਸੀਂ ਸਾਰੇ ਇੱਕ ਹਾਂ, ਸਾਡਾ ਖੂਨ ਇੱਕ ਹੈ, ਸਾਡਾ ਰੱਬ ਇੱਕ ਹੈ ਤੇ ਖੂਨ ਇੱਕ ਹੈ। सबसे पहले है इनको जिंदाबाद जिंदाबाद, इनकलाब जिंदाबाद जिंदाबाद जिंदाबाद।